ਪਿਆਰੇ ਬੱਚਿਓ, ਨਾਗਰਿਕ ਸ਼ਾਸਤਰ ਦਾ ਪਾਠ 10ਵਾਂ ਲੋਕਤੰਤਰ ਦਾ ਅਰਥ ਅਤੇ ਮਹੱਤਵ ਦਾ ਭਾਗ ਪਹਿਲਾ, ਕਲਾਸ 9ਵੀਂ ਇਹ ਕਰਨ ਜਾ ਰਹੇ ਹਾਂ ਆਪਾਂ। ਲੋਕਤੰਤਰ ਦਾ ਸ਼ਾਬਦਿਕ ਅਰਥ ਲੋਕਤੰਤਰ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਡੈਮੋਕ੍ਰੇਸੀ ਦਾ ਪੰਜਾਬੀ ਅਨੁਵਾਦ ਹੈ। ਡੈਮੋਕ੍ਰੇਸੀ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦਾਂ ਡੈਮੋਸ ਅਤੇ ਕ੍ਰੇਟੀਆ ਤੋਂ ਬਣਿਆ ਹੈ, ਜਿਸ ਵਿੱਚ ਡੈਮੋਸ ਦਾ ਅਰਥ ਹੈ ਲੋਕ ਅਤੇ ਕ੍ਰੇਟੀਆ ਦਾ ਅਰਥ ਹੈ ਸ਼ਾਸਨ, ਅਰਥਾਤ ਲੋਕਾਂ ਦਾ ਸ਼ਾਸਨ। ਕੁਝ ਵਿਦਵਾਨ ਲੋਕਤੰਤਰ ਨੂੰ ਇੱਕ ਸਰਕਾਰ ਦਾ ਰੂਪ ਮੰਨਦੇ ਹਨ, ਜਿਸ ਵਿੱਚ ਲੋਕ ਰਾਜਨੀਤਿਕ ਸ਼ਕਤੀ ਉੱਪਰ ਨਿਯੰਤਰਣ ਰੱਖਦੇ ਹਨ। ਸ਼ਾਸਕ ਲੋਕਾਂ ਦੁਆਰਾ ਚੁਣੇ ਜਾਂਦੇ ਹਨ, ਜੋ ਜਨਤਾ ਦੇ ਪ੍ਰਤੀਨਿਧ ਦੇ ਤੌਰ 'ਤੇ ਸ਼ਾਸਨ ਨੂੰ ਚਲਾਉਂਦੇ ਹਨ। ਕੁਝ ਵਿਦਵਾਨ ਸਰਕਾਰ ਦੇ ਰੂਪ ਤੋਂ ਇਲਾਵਾ ਲੋਕਤੰਤਰ ਨੂੰ ਇੱਕ ਜੀਵਨ ਢੰਗ, ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦਾ ਸੰਗ੍ਰਹਿ ਮੰਨਦੇ ਹਨ। ਇਹ ਵਿਚਾਰ ਅਤੇ ਦ੍ਰਿਸ਼ਟੀਕੋਣ ਨਾ ਕੇਵਲ ਮਨੁੱਖ ਨੂੰ ਰਾਜਨੀਤਿਕ ਖੇਤਰ ਵਿੱਚ ਹੀ ਪ੍ਰੇਰਿਤ ਅਤੇ ਅਗਵਾਈ ਦਿੰਦੇ ਹਨ, ਸਗੋਂ ਮਨੁੱਖ ਦੇ ਹਰ ਖੇਤਰ ਵਿੱਚ, ਜਿਵੇਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਵੀ ਦਿਸ਼ਾ ਅਗਵਾਈ ਦਾ ਕੰਮ ਕਰਦੇ ਹਨ। ਤਾਂ ਬੱਚਿਓ, ਲੋਕਤੰਤਰ ਦਾ ਅਰਥ ਹੈ ਲੋਕਾਂ ਦਾ ਸ਼ਾਸਨ। ਠੀਕ ਹੈ। ਡੈਮੋਕ੍ਰੇਸੀ ਸ਼ਬਦ ਹੈ ਇੰਗਲਿਸ਼ ਦਾ, ਜਿਸ ਦਾ ਅਰਥ ਲੋਕਾਂ ਦਾ ਸ਼ਾਸਨ ਹੈ। ਇਹ ਯਾਦ ਰੱਖਣਾ ਆਪਣੇ ਲਈ ਇੱਥੇ ਜ਼ਰੂਰੀ ਆ। ਲੋਕਤੰਤਰ ਦਾ ਸਰੂਪ ਕੀ ਹੈ? ਲੋਕਤੰਤਰ ਇੱਕ ਅਜਿਹਾ ਸੰਗਠਨਾਤਮਕ ਪ੍ਰਬੰਧ ਹੈ ਜਿਸ ਵਿੱਚ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਲਈ ਲੋਕਾਂ ਨੂੰ ਸੁਤੰਤਰ ਰੂਪ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਪੈਂਦਾ ਹੈ। ਲੋਕਤੰਤਰ ਵਿੱਚ ਜਨਤਾ ਸਰਕਾਰ ਉੱਤੇ ਨਿਯੰਤਰਣ ਰੱਖਦੀ ਹੈ। ਕਈ ਵਾਰੀ ਲੋਕਤੰਤਰ ਨੂੰ ਸਾਰੇ ਲੋਕਾਂ ਦਾ ਸ਼ਾਸਨ ਕਹਿ ਦਿੱਤਾ ਜਾਂਦਾ ਹੈ। ਇਹ ਇੱਕ ਕਲਪਨਾ ਹੀ ਹੈ ਕਿ ਸਾਰੇ ਲੋਕ ਇੱਕ ਮਤ ਨਹੀਂ ਹੋ ਸਕਦੇ। ਕਈ ਵਾਰੀ ਲੋਕਤੰਤਰ ਨੂੰ ਬਹੁ ਗਿਣਤੀ ਦਾ ਸ਼ਾਸਨ ਵੀ ਕਹਿ ਦਿੱਤਾ ਜਾਂਦਾ ਹੈ। ਇਹ ਵੀ ਠੀਕ ਨਹੀਂ। ਉਦਾਹਰਨ ਦੇ ਤੌਰ 'ਤੇ ਕਈ ਵਾਰੀ ਇੱਕ ਤਾਨਾਸ਼ਾਹ ਬਹੁ ਗਿਣਤੀ ਲੋਕਾਂ ਦਾ ਸਮਰਥਨ ਸ਼ਕਤੀ ਦੇ ਨਾਲ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ, ਤਾਂ ਕਿ ਅਸੀਂ ਅਜਿਹੇ ਸ਼ਾਸਨ ਨੂੰ ਲੋਕਤੰਤਰ ਕਹਾਂਗੇ। ਚੁਣਨ ਦੀ ਆਜ਼ਾਦੀ ਹੀ ਲੋਕਤੰਤਰ ਦਾ ਮੁੱਢਲਾ ਆਧਾਰ ਹੈ। ਲੋਕਤੰਤਰ ਦੀ ਹੋਂਦ ਵਿਚਾਰਾਂ ਦੀ ਭਿੰਨਤਾ ਵਿੱਚ ਪਾਈ ਜਾਂਦੀ ਹੈ। ਹਰ ਇੱਕ ਵਿਅਕਤੀ ਦਾ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ। ਲੋਕਤੰਤਰ ਵਿੱਚ ਵਿਚਾਰਾਂ ਦੀ ਵਿਭਿੰਨਤਾ ਦਾ ਹੱਲ ਗੋਲੀਆਂ ਨਹੀਂ, ਸਗੋਂ ਵੋਟਾਂ ਦੁਆਰਾ ਕੀਤਾ ਜਾਂਦਾ ਹੈ। ਲੋਕਤੰਤਰ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ। ਚੋਣਾਂ ਵਿੱਚ ਕੋਈ ਇੱਕ ਵਿਚਾਰਧਾਰਾ ਬਹੁ ਗਿਣਤੀ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਸਫਲ ਹੋ ਜਾਂਦੀ ਹੈ। ਰਾਜਨੀਤਿਕ ਦਲ ਵਿਚਾਰਧਾਰਾਵਾਂ ਦੀਆਂ ਮਸ਼ੀਨਾਂ ਹੁੰਦੀਆਂ ਹਨ। ਵੱਖ-ਵੱਖ ਵਿਚਾਰ ਹੋਣ ਦੇ ਕਾਰਨ ਹੀ ਵੱਖ-ਵੱਖ ਰਾਜਨੀਤਿਕ ਦਲ ਹੋਂਦ ਵਿੱਚ ਆਉਂਦੇ ਹਨ। ਰਾਜਨੀਤਿਕ ਦਲ ਲੋਕਤੰਤਰ ਵਿੱਚ ਲੋਕਾਂ ਅਤੇ ਰਾਜਨੀਤਿਕ ਸ਼ਕਤੀ ਯਾਨੀ ਸਰਕਾਰ ਵਿੱਚ ਪੁਲ ਦਾ ਕੰਮ ਕਰਦੇ ਹਨ। ਉਪਰੋਕਤ ਵਿਚਾਰ ਵਟਾਂਦਰੇ ਤੋਂ ਬਾਅਦ ਲੋਕਤੰਤਰ ਬਾਰੇ ਹੇਠ ਲਿਖੇ ਤੱਥ ਸਾਹਮਣੇ ਆਉਂਦੇ ਹਨ। ਪਹਿਲਾ, ਵੱਖ-ਵੱਖ ਵਿਚਾਰਾਂ ਅਤੇ ਰਾਜਨੀਤਿਕ ਦਲਾਂ ਦੀ ਹੋਂਦ। ਤੁਸੀਂ ਦੇਖੋਗੇ ਇੱਕ ਘਰ 'ਚ ਹੀ ਕੁਛ ਲੋਕਾਂ ਦੇ ਵਿਚਾਰ ਜਿਹੜੇ ਇੱਕੋ ਜਿਹੇ ਨਹੀਂ ਹੁੰਦੇ, ਤਾਂ ਐਡੇ ਵੱਡੇ ਦੇਸ਼ ਵਿੱਚ ਸਾਰੇ ਲੋਕਾਂ ਦੇ ਵਿਚਾਰ ਕਿਵੇਂ ਇੱਕੋ ਜਿਹੇ ਹੋ ਸਕਦੇ ਆ। ਜਿੱਥੋਂ ਤੱਕ ਰਾਜਨੀਤਿਕ ਦਲਾਂ ਦੀ ਗੱਲ ਹੈ, ਅਤੇ ਜਿੰਨੇ ਰਾਜਨੀਤਿਕ ਦਲ ਵੱਧ ਹੋਣਗੇ ਦੇ ਜਿੰਨੇ ਐਕਟਿਵ ਹੋਣਗੇ, ਓਨਾ ਹੀ ਲੋਕਤੰਤਰ ਸਫਲ ਹੋਊਗਾ, ਕਿਉਂਕਿ ਉਹ ਸਰਕਾਰ ਦੀਆਂ ਕਮੀਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਅਤੇ ਲੋਕ ਫਿਰ ਉਸ ਹਿਸਾਬ ਨਾਲ ਆਪਣਾ ਜਿਹੜਾ ਦ੍ਰਿਸ਼ਟੀਕੋਣ, ਆਪਣਾ ਵਿਚਾਰ ਤੈਅ ਕਰਦੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਕਿਸ ਪਾਰਟੀ ਨੂੰ, ਕਿਸ ਰਾਜਨੀਤਿਕ ਦਲ ਨੂੰ ਵੋਟਾਂ ਪਾਉਣੀਆਂ। ਦੂਸਰਾ ਹੈ ਸੁਤੰਤਰ ਤੌਰ 'ਤੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ। ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਵੀ ਸਾਨੂੰ ਸੁਤੰਤਰਤਾ ਦਾ ਅਧਿਕਾਰ, ਮੁੱਢਲਾ ਅਧਿਕਾਰ ਦਿੱਤਾ ਗਿਆ, ਜਿਹਦੇ ਅਧੀਨ ਅਸੀਂ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ ਕਿਸੇ ਵੀ ਵਿਸ਼ੇ 'ਤੇ। ਤੀਸਰਾ, ਸਰਵ ਵਿਆਪਕ ਬਾਲਗ ਮਤ ਅਧਿਕਾਰ। ਇਹਦਾ ਮਤਲਬ ਹੈਗਾ ਵੀ ਹਰੇਕ 18 ਸਾਲ ਦਾ ਵਿਅਕਤੀ ਵੋਟਾਂ ਦੇ ਵਿੱਚ ਹਿੱਸਾ ਲੈ ਸਕਦਾ ਆ। ਚੌਥਾ, ਨਿਯਮਿਤ ਕਾਲੀ ਚੋਣਾਂ। ਨਿਯਮਿਤ ਕਾਲੀ ਚੋਣਾਂ ਦਾ ਮਤਲਬ ਵੀ ਹਰੇਕ ਚੋਣ ਦੇ ਲਈ ਇੱਕ ਸਮਾਂ ਨਿਸ਼ਚਿਤ ਹੋਇਆ, 5 ਸਾਲ ਜਾਂ 6 ਸਾਲ ਜਾਂ 2 ਸਾਲ ਜਾਂ 4 ਸਾਲ, ਇਹ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ। ਉਸ ਤੋਂ ਬਾਅਦ ਚੋਣਾਂ ਹੁੰਦੀਆਂ।
ਲੋਕਤੰਤਰ ਇੱਕ ਆਦਰਸ਼ ਦੇ ਤੌਰ 'ਤੇ ਜਨਮ ਅਤੇ ਧਨ ਦੇ ਆਧਾਰ 'ਤੇ ਵਿਸ਼ੇਸ਼ ਅਧਿਕਾਰਾਂ ਵਾਲੇ ਪ੍ਰਬੰਧ ਦੀ ਨਿੰਦਾ ਕਰਦਾ ਹੈ। ਲੋਕਤੰਤਰ ਇੱਕ ਅਜਿਹੇ ਸਮਾਜ ਦੀ ਮੰਗ ਕਰਦਾ ਹੈ ਜਿਸ ਵਿੱਚ ਸੁਤੰਤਰਤਾ, ਸਮਾਨਤਾ, ਨਾਗਰਿਕਾਂ ਦੀ ਨਿਆਂਸ਼ੀਲਤਾ ਅਤੇ ਚੇਤਨਤਾ ਹੋਣਾ ਜ਼ਰੂਰੀ ਹੈ। ਲੋਕਤੰਤਰ ਸਮਾਜ ਵਿੱਚ ਵੱਖ-ਵੱਖ ਵਰਗਾਂ ਦੀ ਹੋਂਦ ਨੂੰ ਸਵੀਕਾਰ ਕਰਦਾ ਹੈ। ਅੱਜ ਦੇ ਯੁੱਗ ਵਿੱਚ ਹਰ ਇੱਕ ਦੇਸ਼ ਵਿੱਚ ਵੱਖ-ਵੱਖ ਧਰਮਾਂ ਅਤੇ ਨਸਲਾਂ ਦੇ ਲੋਕ ਰਹਿ ਰਹੇ ਹਨ। ਲੋਕਤੰਤਰ ਵਿਭਿੰਨਤਾ ਵਿੱਚ ਏਕਤਾ ਦੀ ਮੰਗ ਕਰਦਾ ਹੈ। ਲੋਕਤੰਤਰ ਅੰਤਰਰਾਜੀ ਸੰਬੰਧਾਂ ਵਿੱਚ ਨਿਆਂ ਅਤੇ ਤਰਕ ਦੇ ਆਧਾਰ 'ਤੇ ਆਤਮ ਨਿਰਣਾ ਦੀ ਪ੍ਰੋੜਤਾ ਕਰਦਾ ਹੈ। ਅੱਗੇ ਲੋਕਤੰਤਰ ਦੀਆਂ ਕੁਝ ਪਰਿਭਾਸ਼ਾਵਾਂ, ਕੁਝ ਜਿਹੜੇ ਸੂਝਵਾਨ ਵਿਅਕਤੀ ਆ ਉਹਨਾਂ ਨੇ ਪਰਿਭਾਸ਼ਾਵਾਂ ਦਿੱਤੀਆਂ ਆ ਵੀ ਲੋਕਤੰਤਰ ਕੀ ਆ। ਪਹਿਲਾ ਆ ਇਬਰਾਹਿਮ ਲਿੰਕਨ ਦੀ ਪਰਿਭਾਸ਼ਾ ਸਭ ਤੋਂ ਜ਼ਿਆਦਾ ਮਸ਼ਹੂਰ ਆ। ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਹਾਲ ਦੇ ਅਨੁਸਾਰ ਲੋਕਤੰਤਰ ਅਜਿਹਾ ਰਾਜਨੀਤਿਕ ਸੰਗਠਨ ਹੈ ਜਿਸ ਵਿੱਚ ਲੋਕ ਰਾਏ ਨਿਯੰਤਰਣ ਕਰਦੀ ਹੈ। ਸੀਲੇ ਦੇ ਅਨੁਸਾਰ ਇਹ ਸਾਰੇ ਵਿਅਕਤੀ ਹੈ ਜਿਨ੍ਹਾਂ ਦੇ ਨਾਂ ਉੱਪਰ ਲਿਖੇ ਹੋਏ ਆ, ਇਹਨਾਂ ਦੇ ਵਿਚਾਰ ਜਿਹੜੇ ਹੈਗੇ ਆ ਲੋਕਤੰਤਰ ਬਾਰੇ ਪਰਿਭਾਸ਼ਾਵਾਂ ਉਹ ਆਪਾਂ ਪੜ੍ਹ ਰਹੇ ਹਾਂ। ਸੀਲੇ ਦੇ ਅਨੁਸਾਰ ਲੋਕਤੰਤਰ ਅਜਿਹੀ ਸਰਕਾਰ ਹੈ ਜਿਸ ਵਿੱਚ ਹਰ ਇੱਕ ਵਿਅਕਤੀ ਦਾ ਹਿੱਸਾ ਹੁੰਦਾ ਹੈ। ਲੋਕਤੰਤਰ ਸਾਰੇ ਵਿਅਕਤੀਆਂ ਨੂੰ ਵਿਚਾਰ ਪ੍ਰਗਟਾਉਣ, ਆਲੋਚਨਾ ਕਰਨ ਅਤੇ ਦੂਜਿਆਂ ਨਾਲ ਅਸਹਿਮਤ ਹੋਣ ਦਾ ਅਧਿਕਾਰ ਦਿੰਦੀ ਹੈ। ਦੂਸਰਾ, ਲੋਕਤੰਤਰ ਵਿੱਚ ਵੱਖ-ਵੱਖ ਵਿਚਾਰ ਰੱਖਣ ਦੀ ਖੁੱਲ੍ਹ ਹੁੰਦੀ ਹੈ। ਲੋਕਤੰਤਰ ਨਿਸ਼ਚਿਤ ਤੌਰ 'ਤੇ ਸਹਿਣਸ਼ੀਲਤਾ 'ਤੇ ਆਧਾਰਿਤ ਹੈ। ਤੀਸਰਾ, ਲੋਕਤੰਤਰ ਵਿੱਚ ਝਗੜਿਆਂ ਦਾ ਹੱਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰੇਰਨਾ ਅਤੇ ਸ਼ਾਂਤੀਪੂਰਨ ਢੰਗਾਂ ਦੁਆਰਾ ਲੱਭਿਆ ਜਾਂਦਾ ਹੈ। ਚੌਥਾ, ਲੋਕਤੰਤਰ ਸਪਸ਼ਟ ਤੌਰ 'ਤੇ ਹਿੰਸਾਤਮਕ ਸਾਧਨ ਦੇ ਵਿਰੁੱਧ ਹੈ, ਭਾਵੇਂ ਇਹ ਸਮਾਜ ਦੀ ਭਲਾਈ ਲਈ ਹੀ ਕਿਉਂ ਨਾ ਵਰਤੇ ਜਾਣ। ਸਮਾਜ ਦੀ ਭਲਾਈ ਦੇ ਨਾਂ 'ਤੇ ਜਿਹੜੀ ਸਰਕਾਰ ਅਨੁਚਿਤ ਜ਼ਬਰ ਸ਼ਕਤੀ ਦੀ ਵਰਤੋਂ ਕਰਦੀ ਹੈ ਉਸ ਨੂੰ ਲੋਕਤੰਤਰੀ ਸਰਕਾਰ ਨਹੀਂ ਕਹਿ ਸਕਦੇ। ਛੇਵਾਂ, ਲੋਕਤੰਤਰ ਮਨੁੱਖ ਦੀ ਸ਼ਖਸੀਅਤ ਦੇ ਗੌਰਵ ਨੂੰ ਯਕੀਨੀ ਬਣਾਉਂਦਾ ਹੈ। ਇਸੇ ਕਰਕੇ ਲੋਕਤੰਤਰੀ ਦੇਸ਼ਾਂ ਵਿੱਚ ਵਿਅਕਤੀਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਹਨ। ਸੱਤਵਾਂ, ਲੋਕਤੰਤਰ ਇੱਕ ਅਜਿਹੀ ਸਰਕਾਰ ਹੈ ਜਿਸ ਵਿੱਚ ਪ੍ਰਭੂਸੱਤਾ ਜਨਤਾ ਕੋਲ ਹੁੰਦੀ ਹੈ। ਅੱਠਵਾਂ, ਵਿਵਹਾਰਿਕ ਤੌਰ 'ਤੇ ਲੋਕਤੰਤਰ ਬਹੁ ਗਿਣਤੀ ਦਾ ਸ਼ਾਸਨ ਹੁੰਦਾ ਹੈ ਜਿਸ ਵਿੱਚ ਘੱਟ ਗਿਣਤੀ ਦੇ ਅਧਿਕਾਰਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਨੌਵਾਂ, ਲੋਕਤੰਤਰ ਲੋਕਾਂ ਦੇ ਪ੍ਰਤੀਨਿਧਾਂ ਦੀ ਸਰਕਾਰ ਹੁੰਦੀ ਹੈ ਜਿਹੜੇ ਕਿ ਬਾਲਗ ਨਾਗਰਿਕਾਂ ਦੁਆਰਾ ਚੁਣੇ ਜਾਂਦੇ ਹਨ। ਬਾਲਗ ਕੌਣ ਆ? ਜਿਹੜਾ 18 ਸਾਲ ਦਾ ਵਿਅਕਤੀ ਆ ਉਹ ਬਾਲਗ ਹੈ, ਯਾਦ ਰੱਖਿਓ। ਬਾਲਗਾਂ ਨੂੰ ਸੁਤੰਤਰ ਤੌਰ 'ਤੇ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਵੋਟਾਂ ਦੁਆਰਾ ਆਪਣੇ ਪ੍ਰਤੀਨਿਧਾਂ ਨੂੰ ਚੁਣਨ ਦੀ ਖੁੱਲ੍ਹ ਹੁੰਦੀ ਹੈ। 10ਵਾਂ, ਲੋਕਤੰਤਰ ਸਰਕਾਰ ਸੰਵਿਧਾਨ ਅਨੁਸਾਰ ਕੰਮ ਕਰਦੀ ਹੈ ਜਿਹੜਾ ਸੰਵਿਧਾਨ ਲੋਕਾਂ ਦੁਆਰਾ ਪ੍ਰਵਾਨ ਕੀਤਾ ਗਿਆ ਹੋਵੇ। 11ਵਾਂ, ਲੋਕਤੰਤਰ ਵਿੱਚ ਸਾਰੇ ਲੋਕਾਂ ਦੀ ਭਲਾਈ ਦਾ ਉਦੇਸ਼ ਛੁਪਿਆ ਹੁੰਦਾ ਹੈ। 12ਵਾਂ, ਲੋਕਤੰਤਰ ਵਿੱਚ ਸੰਵਿਧਾਨਕ ਤਰੀਕਿਆਂ ਦੁਆਰਾ ਸਰਕਾਰ ਨੂੰ ਬਦਲਿਆ ਜਾ ਸਕਦਾ ਹੈ। ਲੋਕਤੰਤਰ ਹਿੰਸਾਤਮਕ ਢੰਗ ਦੁਆਰਾ ਸਰਕਾਰ ਨੂੰ ਬਦਲਣ ਦੇ ਵਿਰੁੱਧ ਹੈ। ਤਾਂ ਇਹ ਬੱਚਿਓ ਸਾਡੀ ਇਹਦੀਆਂ ਵਿਸ਼ੇਸ਼ਤਾਵਾਂ ਸੀ ਲੋਕਤੰਤਰ ਦੀਆਂ। ਅੱਗੇ ਆ ਲੋਕਤੰਤਰ ਦਾ ਮਹੱਤਵ। ਹਰ ਇੱਕ ਸ਼ਾਸਨ ਪ੍ਰਣਾਲੀ ਆਪਣੇ ਆਪਣੇ ਗੁਣ ਅਤੇ ਔਗੁਣ ਹੁੰਦੇ ਹਨ, ਪਰ ਅਜੋਕੇ ਯੁੱਗ ਵਿੱਚ ਲੋਕਤੰਤਰ ਪ੍ਰਣਾਲੀ ਨੂੰ ਅਪਣਾਇਆ ਜਾ ਰਿਹਾ ਹੈ। ਭਾਵੇਂ ਲੋਕਤੰਤਰ ਸ਼ਾਸਨ ਪ੍ਰਣਾਲੀ ਦੀਆਂ ਆਪਣੀਆਂ ਕੁਝ ਕਮੀਆਂ ਹੁੰਦੀਆਂ ਹਨ, ਪਰ ਫਿਰ ਵੀ ਇਹ ਸ਼ਾਸਨ ਪ੍ਰਣਾਲੀ ਦੁਨੀਆ ਭਰ ਦੀਆਂ ਹੋਰ ਸ਼ਾਸਨ ਪ੍ਰਣਾਲੀਆਂ ਦੀ ਤੁਲਨਾ ਵਿੱਚ ਮਹੱਤਵਪੂਰਨ ਹੈ। ਇਸ ਦੀ ਮਹੱਤਤਾ ਦਾ ਪਤਾ ਸਾਨੂੰ ਹੇਠ ਲਿਖੇ ਸਿਰਲੇਖਾਂ ਤੋਂ ਪਤਾ ਲੱਗਦਾ ਹੈ। ਪਹਿਲਾ, ਖੂਨੀ ਕ੍ਰਾਂਤੀ ਦੀ ਘੱਟ ਸੰਭਾਵਨਾ। ਲੋਕਤੰਤਰ ਸ਼ਾਸਨ ਪ੍ਰਣਾਲੀ ਵਿੱਚ ਲੋਕ ਸਰਕਾਰ ਨੂੰ ਸ਼ਾਂਤੀਪੂਰਨ ਢੰਗ ਦੁਆਰਾ ਆਪਣੇ ਮਤਦਾਨ ਦੀ ਵਰਤੋਂ ਕਰਕੇ ਬਦਲ ਸਕਦੇ ਹਨ। ਲੋਕਤੰਤਰ ਵਿੱਚ ਸਰਕਾਰ ਨੂੰ ਬਦਲਣ ਲਈ ਖੂਨ ਖਰਾਬੇ ਦੀ ਲੋੜ ਨਹੀਂ ਪੈਂਦੀ। ਬੁਲਟ ਦੀ ਬਜਾਏ ਬੈਲਟ, ਬੁਲਟ ਕਹਿੰਦੇ ਗੋਲੀ ਨੂੰ, ਬੈਲਟ ਜਿਹੜੇ ਵੋਟਾਂ ਪਾਉਣ ਲਈ ਪਹਿਲਾਂ ਜਿਵੇਂ ਪਰਚੇ ਜਿਹੇ ਹੁੰਦੇ ਜਿੱਤੇ ਚੋਣ ਨਿਸ਼ਾਨ ਬਣੇ ਹੁੰਦੇ ਸੀ ਉਹਨੂੰ ਬੈਲਟ ਕਹਿੰਦੇ। ਬੁਲਟ ਦੀ ਬਜਾਏ ਬੈਲਟ ਦੀ ਵਰਤੋਂ ਨਾਲ ਸਰਕਾਰ ਬਦਲੀ ਜਾ ਸਕਦੀ ਹੈ। ਦੂਸਰਾ, ਦੇਸ਼ ਭਗਤੀ ਦੀ ਭਾਵਨਾ ਵਿੱਚ ਵਾਧਾ। ਲੋਕਤੰਤਰ ਸ਼ਾਸਨ ਪ੍ਰਣਾਲੀ ਲੋਕਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੀ ਹੈ। ਜਨਤਾ ਜਦੋਂ ਆਪਣੇ ਪ੍ਰਤੀਨਿਧ ਚੁਣਦੀ ਹੈ ਤਾਂ ਉਹਨਾਂ ਅੰਦਰ ਇਹ ਭਾਵਨਾ ਆਉਂਦੀ ਹੈ ਕਿ ਉਸ ਦੀ ਦੇਸ਼ ਦੇ ਸ਼ਾਸਨ ਨੂੰ ਚਲਾਉਣ ਵਿੱਚ ਭਾਗੀਦਾਰੀ ਹੈ। ਤੀਸਰਾ, ਲੋਕਤੰਤਰ ਸਮਾਨ 'ਤੇ ਆਧਾਰਿਤ ਹੈ।
ਲੋਕਤੰਤਰ ਨੈਤਿਕ ਸਰੂਪ ਦੀ ਪ੍ਰਣਾਲੀ ਹੈ ਕਿਉਂਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਲੋਕਤੰਤਰ ਵਿੱਚ ਗਰੀਬ ਅਤੇ ਅਮੀਰ ਨੂੰ ਆਪਣਾ ਪ੍ਰਗਟਾਵਾ ਕਰਨ ਦੀ ਸਮਾਨ ਆਜ਼ਾਦੀ ਹੁੰਦੀ ਹੈ। ਲੋਕਤੰਤਰ ਵਿੱਚ ਹਰ ਇੱਕ ਵਿਅਕਤੀ ਦੇ ਵੋਟ ਦੀ ਕੀਮਤ ਇੱਕ ਮੰਨੀ ਜਾਂਦੀ ਹੈ। ਲੋਕ ਮਤ ਦੀ ਪ੍ਰਤੀਨਿਧਤਾ। ਲੋਕਤੰਤਰੀ ਸਰਕਾਰ ਲੋਕਾਂ ਦੀ ਅਸਲੀ ਪ੍ਰਤੀਨਿਧ ਸਰਕਾਰ ਹੁੰਦੀ ਹੈ। ਲੋਕਤੰਤਰ ਸਰਕਾਰ ਸ਼ਾਸਤ ਲੋਕਾਂ ਦੀ ਸਧਾਰਨ ਇੱਛਾ ਅਨੁਸਾਰ ਕਾਨੂੰਨ ਬਣਾਉਂਦੀ ਹੈ। ਲੋਕਤੰਤਰ ਸਰਕਾਰ ਲੋਕ ਰਾਏ ਨੂੰ ਅਣਗੌਲਿਆ ਨਹੀਂ ਕਰ ਸਕਦੀ। ਜਿਹੜੀ ਸਰਕਾਰ ਲੋਕ ਰਾਏ ਦੀ ਉਲੰਘਣਾ ਕਰਦੀ ਹੈ, ਲੋਕ ਉਸ ਨੂੰ ਅਗਲੀਆਂ ਚੋਣਾਂ ਵਿੱਚ ਹਰਾ ਦਿੰਦੇ ਹਨ। ਪੰਜਵਾਂ, ਲੋਕਤੰਤਰ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਉਂਦਾ ਹੈ। ਕੇਵਲ ਲੋਕਤੰਤਰ ਸਰਕਾਰ ਵਿੱਚ ਹੀ ਵਿਅਕਤੀਆਂ ਦੀਆਂ ਆਜ਼ਾਦੀਆਂ ਅਤੇ ਅਧਿਕਾਰਾਂ ਨੂੰ ਕਾਇਮ ਰੱਖਿਆ ਜਾਂਦਾ ਹੈ। ਲੋਕਤੰਤਰ ਵਿੱਚ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ, ਸ਼ਾਂਤੀਪੂਰਨ ਇਕੱਠੇ ਹੋਣ ਦੀ ਆਜ਼ਾਦੀ, ਸੰਘ ਜਾਂ ਯੂਨੀਅਨ ਬਣਾਉਣ ਦੀ ਆਜ਼ਾਦੀ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਲੋਕਤੰਤਰ ਵਿੱਚ ਪ੍ਰੈਸ ਨੂੰ ਵੀ ਸੁਤੰਤਰ ਰੱਖਿਆ ਜਾਂਦਾ ਹੈ। ਲਾਵੇਲ ਦੇ ਅਨੁਸਾਰ ਪੂਰਨ ਲੋਕਤੰਤਰ ਵਿੱਚ ਕੋਈ ਵੀ ਇਹ ਸ਼ਿਕਾਇਤ ਨਹੀਂ ਕਰ ਸਕਦਾ ਕਿ ਉਸ ਦੀ ਗੱਲ ਨਹੀਂ ਸੁਣੀ ਗਈ। ਛੇਵਾਂ, ਲੋਕਤੰਤਰ ਵਿੱਚ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਵਧੇਰੇ ਮਿਲਦੀ ਹੈ। ਲੋਕਤੰਤਰ ਵਿੱਚ ਨਿਯਮਿਤ ਚੋਣਾਂ ਹੁੰਦੀਆਂ ਹਨ। ਚੋਣ ਪ੍ਰਚਾਰ ਦੁਆਰਾ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਪ੍ਰਾਪਤ ਹੁੰਦੀ ਹੈ। ਵੱਖ-ਵੱਖ ਦਲ ਆਪਣੀਆਂ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮ ਜਨਤਾ ਸਾਹਮਣੇ ਰੱਖਦੇ ਹਨ। ਵੋਟਰ ਆਪਣੇ ਤਰਕ ਦੇ ਆਧਾਰ 'ਤੇ ਇਹਨਾਂ ਦਲਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਮੁਲਾਂਕਣ ਕਰਦੇ ਹਨ ਅਤੇ ਆਪਣੀ ਪਸੰਦ ਦੇ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਦੀ ਵਰਤੋਂ ਕਰਦੇ ਹਨ। ਸੱਤਵਾਂ ਪੁਆਇੰਟ ਹੈ, ਲੋਕਤੰਤਰ ਵਿੱਚ ਸ਼ਾਂਤੀ ਦੀ ਵਿਵਸਥਾ ਬਣੀ ਰਹਿੰਦੀ ਹੈ। ਇਸ ਕਰਕੇ ਕੁਛ ਵਰਡ ਗਲਤ ਲਿਖਿਆ ਗਿਆ ਹੈ। ਲੋਕਤੰਤਰ ਵਿੱਚ ਇੱਕ ਅਜਿਹੀ ਸਰਕਾਰ ਹੈ ਜਿਸ ਵਿੱਚ ਸ਼ਾਂਤੀ ਦੀ ਵਿਵਸਥਾ ਬਣੀ ਰਹਿੰਦੀ ਹੈ ਅਤੇ ਤਰੱਕੀ ਵਧੇਰੇ ਹੁੰਦੀ ਹੈ। ਤਰੱਕੀ ਆਉਣਾ ਸੀ। ਇਹ ਪ੍ਰਣਾਲੀ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਰਹਿਣ ਦੇ ਯੋਗ ਬਣਾਉਂਦੀ ਹੈ, ਜਨਤਾ ਨੂੰ ਤਰੱਕੀ ਦੀ ਰਾਹ 'ਤੇ ਚੱਲਣ ਲਈ ਪ੍ਰੇਰਦੀ ਹੈ। ਅੱਠਵਾਂ, ਲੋਕਤੰਤਰ ਵਿੱਚ ਜਨਤਾ ਅੰਦਰ ਨੈਤਿਕ ਗੁਣਾਂ ਦਾ ਵਿਕਾਸ ਹੁੰਦਾ ਹੈ। ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਦੇ ਮੁਕਾਬਲੇ ਲੋਕਾਂ ਅੰਦਰ ਵਧੇਰੇ ਚੰਗੇ ਗੁਣ ਪੈਦਾ ਕਰਦੀ ਹੈ। ਲੋਕਾਂ ਦਾ ਆਚਰਣ ਉੱਚਾ ਚੁੱਕਣ ਲਈ ਮਦਦ ਕਰਦੀ ਹੈ। ਇਹ ਪ੍ਰਣਾਲੀ ਲੋਕਾਂ ਨੂੰ ਸਹਿਣਸ਼ੀਲਤਾ, ਸਹਿਯੋਗ ਅਤੇ ਆਤਮ ਬਲਿਦਾਨ ਜਿਹੇ ਗੁਣ ਸਿਖਾਉਂਦੀ ਹੈ। ਉਪਰੋਕਤ ਸਿਰਲੇਖਾਂ ਨੂੰ ਪੜ੍ਹ ਕੇ ਅਸੀਂ ਲੋਕਤੰਤਰ ਦੇ ਮਹੱਤਵ ਬਾਰੇ ਭਲੀ ਭਾਂਤੀ ਜਾਣੂ ਹੋ ਗਏ ਹਾਂ। ਜੋ ਅਧਿਕਾਰ ਅਤੇ ਆਜ਼ਾਦੀਆਂ ਲੋਕਾਂ ਨੂੰ ਲੋਕਤੰਤਰ ਸ਼ਾਸਨ ਪ੍ਰਣਾਲੀ ਵਿੱਚ ਉਪਲਬਧ ਹੁੰਦੀਆਂ ਹਨ, ਉਹ ਹੋਰ ਕਿਸੇ ਸ਼ਾਸਨ ਪ੍ਰਣਾਲੀ ਵਿੱਚ ਉਪਲਬਧ ਨਹੀਂ ਹੋ ਸਕਦੀਆਂ। ਇਸੇ ਕਰਕੇ ਅਜੋਕੇ ਯੁੱਗ ਵਿੱਚ ਇਹ ਸ਼ਾਸਨ ਪ੍ਰਣਾਲੀ ਨੂੰ ਹਰਮਨ ਪਿਆਰਾ ਮੰਨਿਆ ਜਾਂਦਾ ਹੈ। ਸੋ ਬੱਚਿਓ, ਇਹ ਪਹਿਲਾ ਭਾਗ ਸੀ ਲੋਕਤੰਤਰ ਦੇ ਅਰਥ ਬਾਰੇ ਅਤੇ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਪੜ੍ਹੀਆਂ, ਲੋਕਤੰਤਰ ਦੀਆਂ ਪਰਿਭਾਸ਼ਾਵਾਂ ਪੜ੍ਹੀਆਂ ਅਤੇ ਅਸੀਂ ਲੋਕਤੰਤਰ ਦਾ ਮਹੱਤਵ ਪੜ੍ਹਿਆ। ਸੋ ਇਹ ਸਾਡਾ ਪਾਠ ਦਾ ਪਹਿਲਾ ਭਾਗ ਸੀ। ਦੂਜਾ ਭਾਗ ਆਪਾਂ ਦੂਜੇ ਵੀਡੀਓ 'ਚ ਕਰਾਂਗੇ। ਧੰਨਵਾਦ।